ਮਿੰਟੂ ਜੀ, ਹੁਣ ਜੇ ਗੱਲ ਕਰੀਏ ਇੱਥੇ ਅਕਾਲੀ ਦਲ ਦੇ ਵਿੱਚ ਸਭ ਕੁਝ ਅੱਛਾ ਨਹੀਂ। ਵੈਸੇ ਹੀ ਚੋਣਾਂ ਦੇ ਵਿੱਚ ਸਿਰਫ 3 ਮੈਂਬਰ ਉਹਨਾਂ ਦੇ ਰਹਿ ਗਏ ਸੀ, ਤੇ ਉਹਨਾਂ ਦੇ ਵਿੱਚੋਂ ਵੀ ਇੱਕ ਹੁਣ ਮਨਪ੍ਰੀਤ ਇਆਲੀ ਨੇ ਹੁਣ ਰਾਸ਼ਟਰਪਤੀ ਚੋਣ ਦਾ ਬਾਈਕਾਟ ਕਰ ਦਿੱਤਾ। ਕੀ ਕਹਿ ਰਹੇ ਨੇ ਜੀ ਉਹ? 3 ਦੀ ਗਿਣਤੀ ਤੁਸੀਂ ਬੜੀ ਟਿਕਾ ਕੇ ਦੱਸੀ ਆ ਕਿ ਜਿਵੇਂ ਘੱਟੋ ਘੱਟ 4 ਤਾਂ ਹੋ ਜਾਂਦੇ ਨਾ ਤਾਸ਼ ਦੇ ਵਿੱਚ, ਤੇ ਉਹ ਸੀਪ ਜਾਂ ਕੋਟ ਵਗੈਰਾ ਖੇਡ ਲੈਂਦੇ ਆ ਕਿ 4 ਚਾਹੀਦੇ ਆ ਘੱਟੋ ਘੱਟ। ਐਂ ਟਿਕਾ ਕੇ ਦੱਸੀ ਤੁਸੀਂ ਕਿ ਤਾਸ਼ ਖੇਡਣ ਵਾਲਿਆਂ ਤੋਂ ਵੀ ਘੱਟ ਨੇ। ਤਾਂ ਖੈਰ ਦੇਖੋ, ਗੱਲ ਇਹ ਆ ਕਿ 3 ਦੇ ਵਿੱਚੋਂ ਵੀ ਆਪਾਂ ਕਹਿ ਸਕਦੇ ਕਿ 2 ਹੀ, ਕਿਉਂਕਿ ਇੱਕ ਤੇ ਮੇਰੇ ਖਿਆਲ ਦੇ ਨਾਲ ਬਸਪਾ ਲਿਆਂਦਾ ਹੈ ਨਾ, ਅਲਾਇੰਸ ਆ। ਤਾਂ ਖੈਰ ਦੋਵਾਂ ਦੇ ਵਿੱਚੋਂ ਵੀ ਇੱਕ ਹੀ ਕਹਿ ਸਕਦੇ ਹਾਂ ਤੁਸੀਂ ਹੁਣ ਇਸ ਟਾਈਮ ਤੇ ਜਿਹੜੇ ਹਾਲਾਤ ਬਣ ਗਏ। ਬੀਬੀ ਗਨੀਪ ਕੌਰ ਉਹ ਵੀ ਇਹਨਾਂ ਦੇ ਮਤਲਬ ਕਿ ਰਿਸ਼ਤੇਦਾਰ ਨੇ, ਬਾਕੀ ਤੇ ਹੁਣ ਕੋਈ ਬਚਦਾ ਨਜ਼ਰ ਨਹੀਂ ਆਉਂਦਾ। ਤਾਂ ਖੈਰ ਮਾੜਾ ਟਾਈਮ ਜਦੋਂ ਆਉਂਦਾ ਕਿਸੇ ਵੀ ਤਨਜ਼ੀਮ ਤੇ, ਉਹ ਲੀਡਰਸ਼ਿਪ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡਾ ਇਮਤਿਹਾਨ ਹੁੰਦਾ। ਸੋ ਇਮਤਿਹਾਨ ਦੇ ਵਿੱਚੋਂ ਕੀ ਨਿਕਲਦਾ ਹੈ, ਰਿਜ਼ਲਟ ਕੀ ਨਿਕਲਦਾ ਹੈ, ਉਹ ਆਉਣ ਵਾਲਾ ਸਮਾਂ ਦੱਸੇਗਾ। ਤਾਂ ਅੱਜ ਰਾਸ਼ਟਰਪਤੀ ਦੀ ਚੋਣ ਸੀਗੀ, ਵੋਟਿੰਗ ਹੋ ਰਹੀ ਸੀ, ਉਧਰੋਂ ਇਹ ਖਬਰ ਆ ਗਈ ਮਨਪ੍ਰੀਤ ਇਆਲੀ ਨੇ ਅਚਾਨਕ, ਜਿਵੇਂ ਅੱਜ ਕੱਲ੍ਹ ਇੱਕ ਸ਼ਬਦ ਬੜਾ ਇਸਤੇਮਾਲ ਕੀਤਾ ਜਾਂਦਾ ਕਿ ਸੱਪ ਕੱਢ ਦਿੱਤਾ, ਨਵਾਂ ਸੱਪ ਕੱਢ ਦਿੱਤਾ। ਤਾਂ ਇੱਧਰੋਂ ਸੱਪ ਨਿਕਲਿਆ, ਕਹਿੰਦੇ ਜੀ ਕਿ ਮੈਂ ਵੋਟਿੰਗ ਨਹੀਂ ਕਰਾਂਗਾ, ਮੈਂ ਬਾਈਕਾਟ ਕਰਦਾ। ਤਾਂ ਉਹਨਾਂ ਨੇ ਤਰਕ ਦਿੱਤੇ ਇਹਦੇ ਪਿੱਛੇ, ਯਾਨੀ ਆਪਣੇ ਬਾਈਕਾਟ ਨੂੰ ਦਰੁਸਤ ਠਹਿਰਾਉਂਦੇ ਉਹਨਾਂ ਨੇ ਕਿਹਾ ਕਿ ਦੇਖੋ, ਜਿਹੜੇ ਬੀਬੀ ਮੁਰਮੂ ਖੜੇ ਨੇ ਵੋਟਾਂ ਦੇ ਵਿੱਚ, ਪ੍ਰੈਜ਼ੀਡੈਂਟ ਨੇ ਬੰਨਾ ਜਿਨ੍ਹਾਂ ਨੇ, ਤਾਂ ਉਹ ਤਕਰੀਬਨ ਵੈਸੇ ਤੇ ਤੈਅ ਹੀ ਆ ਉਹਨਾਂ ਦਾ ਬੰਨਾ, ਕੋਈ ਵੱਡੀ ਗੱਲ ਨਹੀਂ ਹੈ। ਪਰ ਅਕਾਲੀ ਦਲ ਬਾਦਲ ਦੇ ਫੈਸਲੇ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਸਹਿਮਤ ਨਹੀਂ ਹਾਂ। ਨਾਲ ਉਹਨਾਂ ਨੇ ਕਿਹਾ ਕਿ ਦੇਖੋ, ਕਾਂਗਰਸ ਨੇ ਸਿੱਖਾਂ ਦੇ ਮਸਲੇ ਹੱਲ ਨਹੀਂ ਕੀਤੇ, ਤੇ ਕੀਤੇ ਭਾਜਪਾ ਨੇ ਵੀ ਨਹੀਂ। ਇਹਨਾਂ ਤੋਂ ਉਮੀਦ ਬਹੁਤ ਸੀਗੀ, ਪਰ ਇਹਨਾਂ ਨੇ ਵੀ ਨਿਰਾਸ਼ ਕੀਤਾ ਹੈ। ਤਾਂ ਭਾਜਪਾ ਸਰਕਾਰ ਜਿਹੜੀ ਹੈ ਇਸ ਟਾਈਮ, ਉਹ ਕੇਂਦਰ ਦੀ ਸਰਕਾਰ ਤੇ ਵੀ ਇੱਕ ਨਿਸ਼ਾਨਾ ਕੱਸਦੇ ਆ ਕਿ ਪੰਜਾਬ ਦਾ ਹੱਕ ਖੋਇਆ ਜਾ ਰਿਹਾ ਹੈ। ਤਾਂ ਇਸ ਸਰਕਾਰ ਤੇ ਵੀ ਉਹਨਾਂ ਨੇ ਕਾਫੀ ਵੱਡਾ ਕਹਿ ਲਓ ਕਿ ਸ਼ਬਦ ਇੱਕ ਹਮਲਾ ਕੀਤਾ। ਤਾਂ ਹੁਣ ਪਾਰਟੀ ਦੇ ਵਿੱਚ ਤਬਦੀਲੀ ਦੀ ਮੰਗ ਜਿਹੜੀ ਹੈ, ਉਹ ਤਾਂ ਆਪਾਂ ਦੇਖਦੇ ਹੀ ਸੀਗੇ ਕਿ ਇੱਕ ਜਿਹੜੀ ਝੁੰਦਾ ਸਾਹਿਬ ਦੀ ਅਗਵਾਈ ਦੇ ਵਿੱਚ ਰਿਪੋਰਟ ਬਣੀ ਹੋਈ ਆ, ਉਹ ਆਏਗੀ। ਵੈਸੇ ਉਹਦੀ ਆਪਾਂ ਗੱਲ ਕਰ ਚੁੱਕੇ ਹਾਂ। ਤਾਂ ਅਗਲੇ ਦਿਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀ ਇੰਟਰਵਿਊ ਦਿੱਤੀ ਸੀ, ਉਹਦੇ ਵਿੱਚ ਵੀ ਤਕਰੀਬਨ ਮੋਹਰ ਲਾ ਦਿੱਤੀ ਸੀ ਉਸ ਗੱਲ ਤੇ। ਤਾਂ ਇੱਧਰ ਨਾਲ ਦੀ ਨਾਲ ਹੁਣ ਜੇ ਮਨਪ੍ਰੀਤ ਸਿੰਘ ਇਆਲੀ ਵਾਲਾ ਮਸਲਾ ਦੇਖੋਗੇ, ਦੇਖੋ ਅੱਗੇ ਕੀ ਸੀਗਾ ਕਿ ਇਹ ਚੀਜ਼ਾਂ ਨਾ ਜਿਹੜੀਆਂ ਥੋੜੀਆਂ ਗੁਪਤ ਰਹਿ ਜਾਂਦੀਆਂ ਸੀਗੀਆਂ ਵਿਜੇ ਜੀ। ਹੁਣ ਉਹ ਚੀਜ਼, ਉਹ ਜਿਵੇਂ ਨਾ ਪੰਜਾਬੀ 'ਚ ਇੱਕ ਕਹਾਵਤ ਹੈ, ਗੁਪਤ ਖੇਡੇ ਸੋ ਨਾਥ ਕਾ ਚੇਲਾ। ਤਾਂ ਹੁਣ ਉਹ ਜਿਹੜੇ ਅੱਗੇ ਤਾਂ ਗੁਪਤ ਖੇਡਦੇ ਸੀ ਨਾਥ ਕੇ ਚੇਲੇ, ਹੁਣ ਚੇਲੇ ਜਿਹੜੇ ਆ ਉਹ ਬਾਹਰ ਆ ਜਾਂਦੇ ਨੇ ਕਿ ਬਾਈ ਆਹ ਕੁਛ ਇੱਦਾਂ, ਆਹ ਕੁਛ ਇੱਦਾਂ। ਸੋ ਲੱਗਦਾ ਇਹੋ ਹੈ ਕਿ ਅਕਾਲੀ ਦਲ ਬਾਦਲ ਵਾਸਤੇ ਇਹ ਸੰਕਟ ਦੇ ਬੱਦਲ ਜਿਹੜੇ ਆ ਹੋਰ ਗਾੜੇ ਗੂੜੇ ਹੋਣਗੇ। ਦੂਜੇ ਪਾਸੇ ਇੱਕ ਹੋਰ ਵੀ ਝਟਕਾ ਹੈ, ਇੱਕ ਹੋਰ ਝਟਕਾ ਜੇ ਤੁਸੀਂ ਦੇਖੋਗੇ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੈ ਜਿਹੜੇ, ਉਹ ਦਿੱਲੀ ਪਹੁੰਚ ਗਏ ਕਾਲਕਾ ਸਾਹਿਬ ਦੇ ਇੱਕ ਸਮਾਗਮ 'ਚ। ਔਰ ਕਮਾਲ ਦੀ ਗੱਲ ਹੈ, ਉੱਥੇ ਦਾਦੂਵਾਲ ਸਾਹਿਬ ਮੌਜੂਦ ਨੇ, ਢੀਂਡਸਾ ਸਾਹਿਬ ਮੌਜੂਦ ਨੇ, ਬਲਵੰਤ ਸਿੰਘ ਰਾਮੂਵਾਲੀਆ ਮੌਜੂਦ ਨੇ। ਤਾਂ ਤੁਸੀਂ ਸਮਝ ਲਓ ਕਿ ਕੀ ਖਿਚੜੀ ਪੱਕ ਰਹੀ। ਤਾਂ ਉਹਨਾਂ ਨੇ ਵੀ ਅਸਿੱਧੇ ਢੰਗ ਨਾਲ, ਨਾਂ ਤਾਂ ਨਹੀਂ ਲਿਆ ਕਿਸੇ ਦਾ, ਪਰ ਅਸਿੱਧੇ ਢੰਗ ਨਾਲ ਕਹਿ ਦਿੱਤਾ ਕਿ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਜਿਸ ਮਕਸਦ ਵਾਸਤੇ, ਉਹ ਮਕਸਦ ਹੀ ਨਹੀਂ ਰਿਹਾ। ਹੁਣ ਉਹ ਕਿਹਨੂੰ ਕਹਿ ਰਹੇ ਆ, ਕਿਹਨੂੰ ਸੁਣਾ ਰਹੇ ਆ, ਇਹ ਚੀਜ਼ਾਂ ਵੇਖਣ ਵਾਲੀਆਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਬਾਦਲ ਲਈ ਸਮਾਂ ਜਿਹੜਾ ਕਾਫੀ ਜੂਝਣ ਵਾਲਾ ਹੈ। ਹੁਣ ਦੇਖਦੇ ਹਾਂ, ਵੈਸੇ ਤੇ ਲੀਡਰਸ਼ਿਪ ਜਿਵੇਂ ਆਪਾਂ ਕਹਿੰਦੇ ਕਿ ਸੰਕਟਾਂ ਚੋਂ ਹੀ ਨਿਖਰਦੀ ਹੈ। ਜੀ ਬਿਲਕੁਲ, ਸੰਕਟਾਂ ਚੋਂ। ਹੈਂਸੀ ਕਰੋਨੀਆ ਦਾ ਕੋਈ ਆਪਣਾ ਵੱਡਾ ਐਡਾ ਤਗੜਾ ਸ਼ਾਨਦਾਰ ਰਿਕਾਰਡ ਨਹੀਂ ਸੀਗਾ, ਪਲੇਅਰ ਜ਼ਬਰਦਸਤ ਸੀਗਾ, ਪਰ ਉਹ ਟੀਮ ਲੀਡਰ ਐਡਾ ਜ਼ਬਰਦਸਤ ਸੀਗਾ, ਸਟੀਵ ਵਾਅ ਜੀ। ਆਪਾਂ ਦੇਖਿਆ ਨਾ ਕਿ ਸੰਕਟਾਂ ਦੇ ਵਿੱਚੋਂ ਕੱਢ ਕੇ ਲਿਆਏ ਅਰਜਨ ਰਾਣਾ ਤੋਂਗਾ, ਜਿਨ੍ਹਾਂ ਨੇ ਆਪਣੀ ਟੀਮ ਕਾਇਮ ਕੀਤੀ। ਤਾਂ ਉੱਥੇ ਖਾਸ ਤੌਰ ਤੇ ਜਿਹੜੇ ਮੋਹਰਲੀ ਕਤਾਰ ਦੇ ਲੀਡਰ ਹੁੰਦੇ ਆ, ਉਹਨਾਂ ਦਾ ਉੱਥੇ ਪਤਾ ਲੱਗਦਾ ਕਿ ਇਹਨਾਂ ਦੇ ਵਿੱਚ ਕਿੰਨਾ ਕੁ ਕਣ-ਕੰਡਾ ਹੈ। ਜੀ ਜੀ ਬਿਲਕੁਲ, ਕਿਉਂਕਿ ਹੁਣ ਇਹ ਗੱਲ ਪ੍ਰਤੱਖ ਹੁੰਦੀ ਜਾ ਰਹੀ ਹੈ ਜੀ ਕਿ ਜਿਸ ਹਿਸਾਬ ਦੇ ਨਾਲ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਇਲੈਕਸ਼ਨਸ ਦੇ ਵਿੱਚ, ਤੇ ਕਾਫੀ ਪੈਰਲਲਸ ਨਜ਼ਰ ਆਉਂਦੇ ਨੇ ਜੋ ਸੈਂਟਰ ਤੇ ਕਾਂਗਰਸ ਦੇ ਨਾਲ। ਹਾਂਜੀ, ਇਹਦੇ 'ਚ ਇੱਕ ਚੀਜ਼ ਹੋਰ ਹੈ ਵਿਜੇ ਜੀ ਕਿ ਦੇਖੋ, ਅਕਾਲੀ ਦਲ ਆਪਣੀਆਂ ਗਲਤੀਆਂ ਤੋਂ, ਮਤਲਬ ਕਿ ਲੀਡਰਸ਼ਿਪ ਦੀ ਖਾਸ ਤੌਰ ਤੇ ਗੱਲ ਕਰੀਏ, ਸਬਕ ਤਾਂ ਕੀ ਸਿੱਖਣਾ ਹੈ, ਉਹ ਉਹਨਾਂ ਹੀ ਗਲਤੀਆਂ ਦਾ ਦੁਹਰਾ ਕਰ ਰਿਹਾ ਹੈ। ਮਸਲਨ ਇਹਨਾਂ ਨੇ ਕਿਹਾ ਜੀ ਅਸੀਂ ਫੈਸਲਾ ਕੀਤਾ। ਫੈਸਲਾ ਹੁੰਦਾ ਕਿ ਘੱਟੋ ਘੱਟ ਤੁਸੀਂ ਵਿਧਾਇਕ ਦਲ ਦੀ ਤਾਂ ਸਹਿਮਤੀ ਲੈਂਦੇ ਹੋ, ਕਿਉਂਕਿ ਵਿਧਾਇਕ ਨੇ ਵੋਟ ਕਰਨੀ ਹੈ ਰਾਸ਼ਟਰਪਤੀ ਨੂੰ। ਤਾਂ ਜਿਹੜਿਆਂ ਨੇ ਵੋਟ ਕਰਨੀ ਹੈ
ਉਹ 2 MLA ਆ ਤੇ ਦੋਵਾਂ ਚੋਂ ਇੱਕ MLA ਜਿਹੜਾ ਹੈ ਉਹ ਕਹਿੰਦਾ ਕਿ ਮੇਰੀ ਸਲਾਹ ਲਈ ਨਹੀਂ ਗਈ। ਤਾਂ ਇੱਕ ਕਮਾਲ ਦੀ ਗੱਲ ਹੈ ਕਿ ਯਾਨੀ ਜਿਹੜੇ ਤੁਸੀਂ ਅੱਗੇ ਨਿਰਣੇ ਥੋਪਣ ਵਾਲੇ ਗਲਤੀ ਕੀਤੇ, ਇੱਕ ਤਾਂ ਗਲਤੀ ਹੁੰਦੀ ਨਾ, ਆਪਾਂ ਕਹਿੰਦੇ ਨੇ ਫਲਾਣੇ ਨੇ ਗਲਤਾ ਕੀਤਾ ਬਲੰਡਰ, ਤਾਂ ਉਹ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਨੇ ਉਹਨਾਂ ਗਲਤੀਆਂ ਤੋਂ ਸਿੱਖਣਾ ਤੇ ਕੀ ਹੈ, ਤੁਸੀਂ ਤੇ ਸਗੋਂ ਉਹਨਾਂ ਗਲਤੀਆਂ ਨੂੰ ਹਿੱਕ ਦੇ ਨਾਲ ਲਾ ਲਿਆ ਕਿ ਨਹੀਂ ਇਹ ਛੱਡਣ ਵਾਲੀ ਚੀਜ਼ ਨਹੀਂ ਹੈ। ਜੀ। ਤੇ ਅੱਛਾ ਹੁਣ ਇਹ ਦੱਸਿਓ ਜੀ, ਜਿਹੜੇ ਸਾਬਕਾ ਮੰਤਰੀਆਂ ਦੀ ਕੁੰਡਲੀ ਹੁਣ ਉਹ ਵੀ ਕਿਉਂਕਿ ਪਹਿਲਾਂ ਕਾਫੀ ਖੁੱਲ੍ਹਦੀ ਰਹੀ ਤੇ ਪਹਿਲਾਂ ਤਾਂ ਸਗੋਂ ਕੁੰਡਲੀਆਂ ਦਾ ਡਰੇਬਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹੁਤ ਸਾਰਿਆਂ ਨੂੰ ਖਾਮੋਸ਼ ਵੀ ਕਰਵਾਇਆ ਗਿਆ, ਪਰ ਹੁਣ ਹਾਲਾਤ ਬਦਲ ਗਏ ਨੇ। ਆਸ਼ੂ ਮਾਮਲੇ 'ਚ ਸਰਕਾਰ ਨੂੰ ਨੋਟਿਸ ਮਿਲ ਗਿਆ ਤੇ ਗਿਲਜੀਆਂ ਨੂੰ ਰਾਹਤ ਹੈ ਤੇ ਵੜਿੰਗ ਨੂੰ ਮਿਲੀ ਹੈ ਕਲੀਨ ਚਿੱਟ। ਸੋ ਇੱਕ ਇੱਕ ਕਰਕੇ ਸਾਰਿਆਂ ਨਾਲ ਦੱਸਿਓ ਜੀ ਕੀ ਬਿਊਰਾ। ਮਤਲਬ ਕਿ ਇਹਨਾਂ ਦਾ ਵੀ ਕਾਫੀ ਚਿੱਠਾ ਲੰਮਾ ਹੋ ਜਾਂਦਾ ਹੈ। ਆ ਖਬਰਾਂ ਦੇ ਸੈਗਮੈਂਟ ਦੇ ਵਿੱਚ ਇੱਕ ਸਾਬਕਾ ਮੰਤਰੀਆਂ ਦਾ ਸੈਗਮੈਂਟ ਰੱਖਿਆ ਜਾਇਆ ਕਰੂਗਾ ਆਉਣ ਵਾਲੇ ਸਮੇਂ 'ਚ। ਗੱਲ ਇਹ ਹੈ ਕਿ ਦੇਖੋ ਸੰਗਤ ਸਿੰਘ ਗਿਲਜੀਆਂ ਨੂੰ ਰਾਹਤ ਮਿਲ ਗਈ। ਪਹਿਲਾਂ ਉਹ ਜਿਵੇਂ ਨਾ ਇੱਕ ਵਾਰੀ ਇੱਕ ਅਮਰੀਸ਼ ਪੁਰੀ ਦੀ ਫਿਲਮ ਸੀ ਤੇ ਉਹਦੇ ਵਿੱਚ ਨਾ ਭੱਜਾ ਆਉਂਦਾ ਉਹਦਾ ਸਾਥੀ, ਉਹ ਕਹਿੰਦਾ ਵੀ 2 ਖਬਰਾਂ ਨੇ, ਕਹਿੰਦਾ 2 ਖਬਰਾਂ ਨੇ, ਇੱਕ ਗੁੱਡ ਹੈ ਇੱਕ ਬੈਡ ਹੈ। ਉਹ ਕਹਿੰਦਾ ਪਹਿਲਾਂ ਗੋਡੀ ਸੁਣਾ ਦੇ, ਕਹਿੰਦਾ ਭਰਾਵਾ ਕੰਨ ਤਰਸੇ ਆ, ਖਬਰ ਕੋਈ ਅੱਛੀ ਮਿਲੀ ਨਹੀਂ ਰਹੀ ਤਾਂ ਪਹਿਲਾਂ ਗੋਡੀ ਸੁਣਾ ਦੇ, ਬੈਡ ਤੇ ਮਿਲਦੀਆਂ ਰਹਿੰਦੀਆਂ ਨੇ। ਸੋ ਉੱਦਾਂ ਕਿ ਅੱਛੀ ਤੋਂ ਸ਼ੁਰੂਆਤ ਕਰ ਲੈਂਦੇ ਆ। ਸੰਗਤ ਸਿੰਘ ਗਿਲਜੀਆਂ ਨੂੰ ਇੱਕ ਛੋਟੀ ਜਿਹੀ ਰਾਹਤ ਮਿਲ ਗਈ, ਮਤਲਬ ਕਿ 25 ਜੁਲਾਈ ਤੱਕ ਅਰੈਸਟ ਸਟੇ ਹੋ ਗਈ, ਮਤਲਬ ਕਿ ਗ੍ਰਿਫਤਾਰੀ ਤੇ ਸਟੇ ਹੋ ਗਿਆ। ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਏਗੀ 25 ਜੁਲਾਈ ਤੱਕ। ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਆਸ਼ੂ ਦੀ, ਤਾਂ ਆਸ਼ੂ ਦੀ ਇਹਨੂੰ ਰਾਹਤ ਤੇ ਨਹੀਂ ਮਿਲੀ ਹਾਲ ਦੀ ਘੜੀ ਆਪਾਂ ਕਹਿ ਲਈਏ ਤਾਂ ਸੋਮਵਾਰ ਨੂੰ ਨੋਟਿਸ ਕਰਕੇ ਸਰਕਾਰ ਤੋਂ ਜਵਾਬ ਜ਼ਰੂਰ ਮੰਗਿਆ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਧਰੋਂ ਵੀ ਰਾਹਤ ਜਿਹੜੀ ਮਿਲ ਜਾਵੇ। ਪਰ ਗੱਲ ਇਹ ਹੈ ਕਿ ਇੱਕ ਪਾਸੇ ਉਹ ਜਿੱਦਾਂ ਕਹਿੰਦੇ ਕਿ ਰਾਹਤ ਤੇ ਦੂਸਰੇ ਪਾਸੇ ਜਿਹੜੀ ਆਫਤ ਆ, ਤੇ ਇਧਰੋਂ ਤੇ ਥੋੜੀ ਜਿਹੀ ਰਾਹਤ ਹੈਗੀ ਆ ਗਿਲਜੀਆਂ ਵਾਲੇ ਪਾਸਿਓਂ। ਉਧਰ ਸਾਬਕਾ ਮੁੱਖ ਮੰਤਰੀ ਦਾ ਜਿਹੜਾ ਭਾਣਜਾ ਹੈ, ਇੱਕ ਤੇ ਉਹਦਾ ਨਾਮ ਕੁਦਰਤਦੀਪ ਹੈ, ਉਹਦੇ ਸਾਥੀ ਦਾ ਵੇਖੋ ਨਾਂ ਦੇ ਅੱਗੇ ਆਪਾਂ ਗੱਲ ਕੀਤੀ ਸੀ ਕਿ ਉਹ ਕਹਿੰਦਾ ਸਾਰੇ ਪਿੰਡ ਦੇ ਚੁੱਲ੍ਹੇ ਪੱਟ ਕੇ ਖਾ ਜਾਂਦਾ ਤੇ ਨਾਂ ਰੱਖਿਆ ਸੰਤੋਖ ਜੀ। ਤਾਂ ਗੱਲ ਇਹ ਹੈ ਕਿ ਉਸੇ ਤਰ੍ਹਾਂ ਉਧਰ ਨਾਂ ਰੱਖਿਆ ਕੁਦਰਤਦੀਪ, ਕੁਦਰਤ ਦਾ ਘਾਣ ਕਰਨ ਵਾਲੇ ਮਾਇਨੇ ਵਾਲੇ ਨਾਂ ਵੀ ਕਿਆ ਪਿਆਰੇ ਪਿਆਰੇ ਨੇ। ਤਾਂ ਖੈਰ ਉਹ ਜਿਹੜਾ ਚੰਨੀ ਦਾ ਭਾਣਜਾ ਸੀ ਨਾਲ ਹਨੀ, ਮਨੀ ਹੈ ਤਾਂ ਹਨੀ ਹੈ, ਤਾਂ ਹਨੀ ਤੇ ਪਰਚਾ ਹੋ ਗਿਆ ਇੱਕ ਹੋਰ, ਦਰਜ ਹੋ ਗਿਆ ਇੱਕ ਹੋਰ ਪਰਚਾ, ਤੇ ਇੱਕ ਮੁੱਠ ਚੱਕ ਦੂਜੀ ਤਿਆਰ, ਵੱਡਾ ਭੰਡਾਰੀਆ ਕਿੰਨਾ ਕੁ ਭਾਰ, ਇੱਥੇ ਕੇਸਾਂ ਦਾ ਹੀ ਭਾਰ ਆ। ਤਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਰਾਜਾ ਵੜਿੰਗ ਦੇ ਮਸਲੇ ਦੇ ਵਿੱਚ ਵੀ ਇੱਕ ਕਹਿੰਦੇ ਆ ਕਿ ਜਾਂਚ ਪੜਤਾਲ ਇਹਨਾਂ ਨੇ ਕਰਵਾਈ। ਜਾਂਚ ਪੜਤਾਲ ਕਰਵਾਉਣ ਤੋਂ ਬਾਅਦ ਉਹ ਜਿਹੜਾ ਅਫਸਰ ਜਾਂਚ ਪੜਤਾਲ ਕਰ ਰਿਹਾ ਸੀ ਉਹਨੇ ਕਨਕਲੂਡ ਕੀ ਕੀਤਾ, ਉਹ ਕਹਿੰਦਾ ਜੀ ਕਿ ਦਰਅਸਲ ਇਹ ਕੋਈ ਘਪਲਾ ਹੈ ਹੀ ਨਹੀਂ। ਕਿਉਂਕਿ ਤੁਸੀਂ ਸੁਣਿਆ ਹੋਣਾ ਇਹ ਆਫੀਸ਼ੀਅਲੀ ਵੀ ਕਹਿ ਦਿੱਤਾ ਸੀਗਾ ਟਰਾਂਸਪੋਰਟ ਮਿਨਿਸਟਰ ਨੇ ਕਿ ਜੋ ਨਵੀਆਂ ਬੱਸਾਂ ਸੀ ਖਰੀਦੀਆਂ ਉਹਦੀਆਂ ਜੋ ਬਾਡੀਆਂ ਲੱਗਣੀਆਂ ਸੀ ਬੱਸਾਂ ਦੀਆਂ ਉਹ ਲਵਾਈਆਂ ਰਾਜਸਥਾਨ ਤੋਂ, ਤੇ ਉੱਥੇ ਗੜਬੜ ਚਾਲਾ ਹੋ ਗਿਆ। ਤਾਂ ਇਹ ਰਿਪੋਰਟ ਜਿਹੜੀ ਹੈ ਹਾਂਜੀ ਮਹਿੰਗੇ ਭਾਅ ਲੱਗੀਆਂ, ਤੇ ਲੱਗੀਆਂ ਵੀ ਮਤਲਬ ਕਿ ਕੁਆਲਿਟੀ ਪੱਖੋਂ ਵੀ ਉਹ ਥੋੜੀਆਂ ਨਰਮ ਸਨ। ਪਰ ਇੱਧਰ ਜਿਹੜੀ ਇਹਨਾਂ ਦੀ ਰਿਪੋਰਟ ਆ ਉਹ ਤੇ 3 ਲੱਖ ਕਹਿੰਦੇ ਕਿ ਫਾਇਦੇ 'ਚ ਆ ਰਾਜਾ ਵੜਿੰਗ, ਮਤਲਬ ਕਿ ਉਹ ਫਾਇਦਾ ਕਰਕੇ ਗਿਆ। ਮੈਂ ਕਿਹਾ ਹੁਣ ਪੁਲਿਸ ਕਰ ਦਿਓ ਉਹਨੂੰ, ਅੱਗੇ ਤੇ ਤੁਸੀਂ ਫੜਨ ਨੂੰ ਫਿਰਦੇ ਸੀ। ਪਰ ਕਮਾਲ ਦੀ ਗੱਲ ਆ ਕਿ ਲਾਲਜੀਤ ਭੁੱਲਰ ਇੱਕ ਅਖਬਾਰ ਨੂੰ ਜਦੋਂ ਉਹ ਆਪਣਾ ਪੱਖ ਦੇ ਰਹੇ ਸਨ ਤਾਂ ਉਹ ਕਹਿ ਰਿਹਾ ਕਿ ਨਹੀਂ ਇਹ ਜਿਹੜੀ ਜਾਂਚ ਹੀ ਸਾਡੇ ਅਫਸਰ ਨੇ ਠੀਕ ਨਹੀਂ ਕੀਤੀ, ਅਸੀਂ ਇੱਕ ਹੋਰ ਜਾਂਚ ਕਰਵਾਵਾਂਗੇ। ਮਤਲਬ ਕਿ ਟਰਾਂਸਪੋਰਟ ਮਿਨਿਸਟਰ ਕਹਿੰਦੇ ਕਿ ਮੈਂ ਨਹੀਂ ਮੰਨਦਾ, ਆਪਾਂ ਤੇ ਇਹ ਸਾਰਾ ਕੁਛ ਆ ਜਿਹੜਾ ਉਹ ਦੁਬਾਰਾ ਚੈੱਕ ਕਰਾਵਾਂਗੇ। ਵੈਸੇ ਦੁਬਾਰਾ ਜਿਵੇਂ ਪੇਪਰਾਂ 'ਚ ਰੀਚੈਕਿੰਗ ਹੋ ਜਾਂਦੀ ਸੀ ਨਾ, ਥੋੜੀ ਜਿਹੀ ਫੀਸ ਭਰ ਲਓ ਤਾਂ ਦੁਬਾਰਾ ਚੈੱਕ ਹੋ ਜਾਂਦੇ ਆ। ਅੱਜ ਕੱਲ ਰੀਇਨਵੈਸਟੀਗੇਸ਼ਨ ਵੀ ਬੜੀ ਹੁੰਦੀ ਹੈ ਨਾ, ਤੁਸੀਂ ਦੇਖਿਆ ਹੋਣਾ ਸਾਧੂ ਸਿੰਘ ਧਰਮਸੋਤ ਆਪਣਾ ਹੀ ਅਫਸਰ ਉਹਨਾਂ ਦਾ ਕਹਿੰਦਾ ਜੀ 60-62 ਕਰੋੜ ਛਕਾ-ਛਕਾਈ ਹੋ ਗਈ ਆ, ਤੇ ਉਹ ਕਹਿੰਦੇ ਨਹੀਂ ਇਹ ਜਾਂਚ ਨਹੀਂ, ਹੁਣ ਰੀ-ਜਾਂਚ ਕਰਦੇ ਆ। ਰੀ-ਜਾਂਚ ਕੀਤੀ, ਕਹਿੰਦੇ ਹੈ ਤੇ ਹੈ ਪਰ ਉਹ 8 ਕਰੋੜ ਦਾ ਮਸਲਾ ਹੈ, ਕੁਝ ਜ਼ਿਆਦਾ ਵੱਡਾ ਨਹੀਂ ਹੈ। ਕਰੋੜਾਂ ਨੂੰ ਅੱਜ ਕੱਲ੍ਹ ਕੁਝ ਸਮਝਦੇ ਹੀ ਨਹੀਂ ਹੈ। ਤਾਂ ਖੈਰ ਜੋ ਬਈ ਹੁਣ ਹਾਲਾਤ ਬਣੇ ਪਏ ਆ ਨਾ, ਉਹ ਭਾਈ ਗੁਰਦਾਸ ਜੀ ਨੇ ਕਿਹਾ ਸੀ ਕੱਲਰ ਖੇਤੀ ਬੀਜੀਏ ਕਿਹੋ ਕਾਜ ਨਾ ਸਰੀਏ, ਟੁੱਟੀ ਪੀਂਗੇ ਪੀਂਗੀਏ ਪੈ ਟੋਏ ਮਰੀਏ। ਤਾਂ ਗੱਲ ਇਹ ਆ ਕਿ ਟੁੱਟੀ ਪੀਂਗ ਇਹ ਜਿਹੜੀ ਇੱਦਾਂ ਦੀ ਫਿਰ ਤੁਹਾਨੂੰ ਪਤਾ ਹੈ ਇਹ ਸਿਆਸਤ ਹੁੰਦੀ ਹੈ ਨਾ, ਉਹ ਟੁੱਟੀ ਪੀਂਗ ਵਰਗੀ ਹੁੰਦੀ ਹੈ। ਤਾਂ ਹੁਣ ਵੀ ਡਿੱਗੇ ਤੇ ਹੁਣ ਵੀ ਡਿੱਗੇ, ਧੌਣ ਦਾ ਮਣਕਾ ਹੀ ਟੁੱਟਦਾ। ਸੋ ਇਸ ਤਰ੍ਹਾਂ ਦੀ ਸਿਆਸਤ ਜੇ ਕਰੋਗੇ ਭਾਈ ਤਾਂ ਫਿਰ ਇਸ ਤਰ੍ਹਾਂ ਦੀਆਂ ਭੁਗਤਣੀਆਂ ਜਿਹੜੀਆਂ ਉਹ ਭੁਗਤਣੀਆਂ ਹੀ ਪੈਣਗੀਆਂ ਜੀ। ਤੁਸੀਂ ਨਾ ਜੀ ਫਰਾਈਡੇ ਖਬਰ ਸਾਂਝੀ ਕੀਤੀ ਸੀ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਜੋ ਸ਼ਹੀਦ ਭਗਤ ਸਿੰਘ ਬਾਰੇ ਬਿਆਨ ਦੇ ਦਿੱਤਾ ਗਿਆ, ਉਹਨੂੰ ਲੈ ਕੇ ਕੰਟਰੋਵਰਸੀ ਉਦੋਂ ਮਗਣੀ ਸ਼ੁਰੂ ਹੋਈ ਸੀ।
ਵੈਸੇ ਮਿੰਟੂ ਜੀ ਹਾਲਾਤ ਪੋਲਰਾਈਜੇਸ਼ਨ ਪੋਲਿਟਿਕਸ ਦੇ ਵਿੱਚ ਹਮੇਸ਼ਾ ਇਹਦਾ ਹਿੱਸਾ ਰਹੀ ਆ, ਪਰ ਹੁਣ ਅਸੀਂ ਉਸ ਹਾਲਾਤ ਤੇ ਉਸ ਸਥਿਤੀ ਤੇ ਪਹੁੰਚ ਗਏ ਆ ਕਿ ਸ਼ਹੀਦ ਭਗਤ ਸਿੰਘ ਸ਼ਹੀਦ ਸਨ ਕਿ ਨਹੀਂ, ਇਹਨੂੰ ਲੈ ਕੇ ਉਹਨਾਂ ਲੋਕਾਂ ਦੇ ਵਿੱਚ ਵੀ ਬਹਿਸ ਹੋ ਰਹੀ ਹੈ ਜਿਨ੍ਹਾਂ ਦੇ ਵਿੱਚ ਪਹਿਲਾਂ ਇਸ ਗੱਲ ਨੂੰ ਲੈ ਕੇ ਮਤਭੇਦ ਭੋਰਾ ਵੀ ਨਹੀਂ ਸੀ। ਤੇ ਹੁਣ ਸਿਮਰਨਜੀਤ ਸਿੰਘ ਮਾਨ ਦੇ ਹੁਣ ਬਿਆਨ ਮਗਰੋਂ ਵੱਖੋ ਵੱਖਰੇ ਕਿਸਮ ਦਾ ਪ੍ਰਤੀਕਰਮ ਆ ਰਿਹਾ, ਪਰ ਸੜਕਾਂ ਤੇ ਵੀ ਲੋਕ ਉਤਰ ਆਏ ਨੇ ਉਹਨਾਂ ਦੇ ਉਲਟ। ਬਿਲਕੁਲ ਸਹੀ ਤੁਸੀਂ ਕਿਹਾ ਕਿ ਚਲੋ ਠੀਕ ਹੈ, ਡਿਬੇਟ ਤੇ ਚੱਲਦੇ ਰਹਿੰਦੇ ਨੇ। ਇੰਡੀਆ ਦੇ ਵਿੱਚ ਇਹ ਡਿਬੇਟ ਚੱਲਿਆ ਸੀਗਾ ਵਿਜੇ ਜੀ 9 ਕੁ ਸਾਲ ਪਹਿਲਾਂ, ਪਰ ਕੌਮੀ ਪੱਧਰ ਤੇ ਸੀ। ਪੰਜਾਬ ਦੇ ਵਿੱਚ ਕੀ ਸੀ ਕਿ ਕਮਿਊਨਿਸਟ ਵੀ ਹੀਰੋ ਮੰਨਦੇ ਨੇ ਭਗਤ ਸਿੰਘ ਜੀ ਨੂੰ, ਪਰ ਦੂਸਰੇ ਵੀ ਰਾਈਟਿਸਟ ਵੀ ਮੰਨਦੇ ਨੇ। ਇਹ ਕਮਾਲ ਦੀ ਗੱਲ ਆ, ਲੈਫਟਿਸਟ ਵੀ ਤੇ ਰਾਈਟਿਸਟ ਵੀ, ਔਰ ਚੜ੍ਹਦੇ ਪੰਜਾਬ 'ਚ ਵੀ ਤੇ ਲੈਂਦੇ ਪੰਜਾਬ 'ਚ ਵੀ। ਜੀ ਦਿਲਚਸਪ ਗੱਲ ਹੈ ਕਿ ਬਹੁਤ ਘੱਟ ਲੋਕ ਹੁੰਦੇ ਨੇ, ਬਹੁਤ ਘੱਟ ਐਸੇ ਇਤਿਹਾਸ ਦੇ ਵਿੱਚ ਤੁਹਾਨੂੰ ਸ਼ਖਸੀਅਤਾਂ ਦੇ ਨਾਮ ਮਿਲਣਗੇ ਜਿਨ੍ਹਾਂ ਨੂੰ ਇੱਦਾਂ ਲੈਂਦੇ ਤੇ ਚੜ੍ਹਦੇ ਪੰਜਾਬ 'ਚ ਸਾਂਝੇ ਰੂਪ 'ਚ ਵੇਖਿਆ ਜਾਂਦਾ ਹੈ, ਲੋਕ ਨਾਇਕ 'ਚ ਇੱਦਾਂ ਕਹਿ ਲਈਏ। ਤਾਂ ਇਹ ਮਹਿਸ ਮੁਬਾਇਸਾ ਤਾਂ ਛਿੜਿਆ ਸੀਗਾ ਉਸ ਟਾਈਮ। ਮੈਨੂੰ ਯਾਦ ਹੈ JNU 'ਚ ਇੱਕ ਪੁਸਤਕ ਲੱਗ ਗਈ ਸੀਗੀ ਜਿਹਦੇ ਵਿੱਚ ਕ੍ਰਾਂਤੀਕਾਰੀ ਅੱਤਵਾਦੀ ਦੱਸਿਆ ਗਿਆ ਸੀਗਾ। ਤਾਂ ਫਿਰ ਇੱਕ ਪ੍ਰੋਫੈਸਰ ਸਾਹਿਬ ਸੀਗੇ ਤਾਜੁਦੀਨ ਜੀ, ਉਹਨਾਂ ਨੇ ਵੀ ਕਿਹਾ ਸੀਗਾ ਅੱਤਵਾਦੀ। ਤਾਂ ਉਹ ਕਾਫੀ ਵਿਵਾਦ ਹੋਇਆ, ਫਿਰ ਅਖੀਰ ਰਾਜ ਸਭਾ ਤੱਕ ਚਲੇ ਗਿਆ ਸੀ ਵਿਵਾਦ। ਤਾਂ ਰਾਜ ਸਭਾ ਦੇ ਵਿੱਚ ਉਸ ਵੇਲੇ ਮਨਮੋਹਨ ਸਿੰਘ ਜੀ ਦੀ ਸਰਕਾਰ ਨੇ ਮੇਰੇ ਖਿਆਲ ਦੇ ਨਾਲ ਇਹ ਪ੍ਰਪੋਜ਼ਲ ਲੈ ਆਂਦਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਚੀਜ਼ਾਂ ਰਿਕਾਰਡ 'ਚ ਠੀਕ ਕਰਨ ਵਾਲੀਆਂ ਠੀਕ ਕਰਕੇ ਇਹਨਾਂ ਨੂੰ ਸ਼ਹੀਦਾਂ ਨੂੰ ਮਾਨ ਸਨਮਾਨ ਦਈਏ। ਪਰ ਆਹ ਡਿਬੇਟ ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਆ ਬੜੀ ਮੈਂ ਕਹੂੰਗਾ ਕਿ ਸ਼ਾਇਸਤਗੀ ਦੇ ਨਾਲ ਕਹੀ ਹੈ ਕਿ ਬਈ ਪੋਲਰਾਈਜੇਸ਼ਨ ਵੱਲ ਵੀ ਵਧਣਾ ਸ਼ੁਰੂ ਹੋ ਗਿਆ। ਇਹ ਪਹਿਲੀ ਵਾਰੀ ਹੋਏਗਾ ਕਿ ਜਦੋਂ ਹੁਣ ਇਹਦਾ ਮਸਲਾ ਜਿਹੜਾ ਇਸ ਡਿਬੇਟ ਦਾ ਜਾਂ ਕਹਿ ਲਓ ਇਸ ਵਿਵਾਦ ਦਾ, ਉਹ ਕਿਤੇ ਨਾ ਕਿਤੇ ਕਤਾਰਬੰਦੀ ਵੱਲ ਵਧ ਰਿਹਾ ਹੈ। ਤੇ ਜਿਹੜੀ ਕਤਾਰਬੰਦੀ ਆਪਾਂ ਦੇਖੀਏ ਤਾਂ 2022 ਦੇ ਇਲੈਕਸ਼ਨ 'ਚ ਭਾਜਪਾ ਨਹੀਂ ਕਰ ਸਕੀ ਜ਼ੋਰ ਲਾ ਕੇ ਵੀ ਪੰਜਾਬ ਦੇ ਅੰਦਰ, ਪਰ ਇੱਥੇ ਹੁਣ ਥੋੜੀ ਜਿਹੀ ਹੋ ਰਹੀ ਆ। ਔਰ ਇਹਦਾ ਨਮੂਨਾ ਆਪਾਂ ਦੇਖਦੇ ਹਾਂ, ਟੋਲਦੇ ਹਾਂ। ਇਹ ਤਾਂ ਗੱਲ ਸਹੀ ਹੈ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਬੇਲੋੜਾ ਬੇਮੌਕੇ ਵਾਲਾ ਜਿੱਦਾਂ ਕਹਿ ਲਈਏ ਬਿਆਨ ਦਿੱਤਾ। ਔਰ ਸਭ ਤੋਂ ਵੱਡੀ ਗੱਲ ਉਹ ਭੁੱਲ ਗਏ ਕਿ ਵੇਖੋ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਨੇ। ਅੱਜ ਵੀ ਉਹਨਾਂ ਨੇ ਆਪਣਾ ਸਟਾਂਸ ਜਿਹੜਾ ਦੁਹਰਾਇਆ, ਪਰੰਤੂ ਵਿਜੇ ਜੀ ਇੱਕ ਮੌਕੇ ਤੇ ਉਹਨਾਂ ਨੇ ਆਪਣੇ ਨਾਨਾ ਜੀ ਜਿਹੜੇ ਅਰੂੜ ਸਿੰਘ ਜੀ ਸੀਗੇ, ਉਹਨਾਂ ਦੇ ਕੀਤੇ ਤੇ ਮਾਫੀ ਮੰਗੀ ਹੋਈ ਹੈ। ਸਨ ਸ਼ਾਇਦ 2002 ਦੀ ਗੱਲ ਹੈ। ਤਾਂ ਅੱਜ ਉਹਨਾਂ ਨੂੰ ਡਿਫੈਂਡ ਵੀ ਕਰ ਰਹੇ ਨੇ। ਉਹ ਕਹਿੰਦੇ ਜੀ ਉਹ ਗਰਮ ਬੜਾ ਸੀ, ਉਹਨੇ ਤੇ ਬੰਬ ਸੁੱਟਦੇ ਨੇ ਸੀ ਡਾਇਰ ਨੇ ਤੇ ਸਰੋਪਾ ਪਾ ਕੇ ਉਹਨੂੰ ਠੰਡਾ ਕੀਤਾ। ਉਹ ਤਾਂ ਸਗੋਂ ਸੁਝਾਅ ਦੇ ਰਹੇ ਸੀ ਕਿ ਅਕਾਲੀਆਂ ਨੇ ਉਦੋਂ ਇੰਦਰਾ ਗਾਂਧੀ ਨੂੰ ਸਰੋਪੇ ਕਿਉਂ ਨਹੀਂ ਪਾਏ, ਸ਼ਾਇਦ ਜਿਹੜਾ ਆਪਰੇਸ਼ਨ ਬਲੂ ਸਟਾਰ ਸੀਗਾ ਉਹ ਹੁੰਦਾ ਹੀ ਨਾ। ਤਾਂ ਤੁਸੀਂ ਦੇਖੋ ਆਪਣੀ ਗੱਲ ਕਹੀ ਨੂੰ ਹੀ ਭੁੱਲ ਗਏ ਨੇ ਮਾਨ ਸਾਹਿਬ। ਪਰ ਦੂਜੇ ਪਾਸੇ ਜੋ ਹੁਣ ਹੋ ਰਿਹਾ ਹੈ, ਆਪਾਂ ਉਹਦਾ ਇੱਕ ਨਮੂਨਾ ਲੈਂਦੇ ਹਾਂ ਕਿ ਖਟਕੜ ਕਲਾਂ ਦੇ ਵਿੱਚ ਅੱਜ ਇਕੱਠ ਸੀ। ਤੁਹਾਨੂੰ ਪਤਾ ਹੀ ਹੈ ਕਿ ਉਹ ਮੋਰਿਓ ਲੰਘਦਾ ਹੈ ਨਾ, ਹਾਈਵੇ ਲੰਘਦਾ ਹੈ ਖਟਕੜ ਕਲਾਂ ਦੇ, ਤਾਂ ਉਸ ਹਾਈਵੇ ਤੇ ਵੀ ਬੈਠ ਗਏ ਲੋਕ, ਹਾਈਵੇ ਵੀ ਜਾਮ ਰਿਹਾ। ਪਰ ਉੱਥੇ ਇੱਕ ਹੋਰ ਗੱਲ ਵਾਪਰੀ ਵਿਜੇ ਜੀ, ਉੱਥੇ ਇੱਕ ਇਨਸਾਨ ਨੇ ਬੜਾ ਬੇਹੂਦਾ ਐਲਾਨ ਕਰ ਦਿੱਤਾ। ਉਹ ਕਹਿੰਦਾ ਕਿ ਕੋਈ ਵੀ ਨੌਜਵਾਨ ਹੋਵੇ ਜਿਹੜਾ ਨਸ਼ੇੜੀ ਨਾ ਹੋਵੇ, ਨਸ਼ਾ ਪੱਤਾ ਨਾ ਕਰਦਾ ਹੋਵੇ, ਉਹ ਸਿਮਰਨਜੀਤ ਸਿੰਘ ਮਾਨ ਦੇ ਜੁੱਤੀ ਮਾਰ ਕੇ ਪੱਗ ਲਾ ਲਿਆਵੇ ਤੇ ਅਸੀਂ ਉਹਨੂੰ 5 ਲੱਖ ਰੁਪਈਆ ਦੇਵਾਂਗੇ। ਮਤਲਬ ਕਿ ਜਿਹੜੀਆਂ ਗੱਲਾਂ ਆਪਾਂ ਅੱਗੇ ਸੁਣਦੇ ਹੁੰਦੇ ਸੀ ਨਾ, ਕੋਈ ਜੇ ਆਪਾਂ ਦੇਖਦੇ ਪਾਕਿਸਤਾਨ 'ਚੋਂ ਜੇ ਫਲਾਣੇ 'ਚੋਂ ਜਦੋਂ ਕੋਈ ਇਸ ਤਰ੍ਹਾਂ ਦਾ ਕੰਟਰੋਵਰਸ਼ਲ ਮੁੱਦਾ ਉੱਠਦਾ ਤਾਂ ਇੱਥੇ ਆਪਣੇ ਇੱਕ ਦੂਜੇ ਨੂੰ ਨਾਮ ਰੱਖ ਕੇ ਤੇ ਨਵਾਜਣ ਲੱਗ ਜਾਂਦੇ ਕਿ ਆਹ ਕਰ ਦੇਗਾ ਤੇ ਤੈਨੂੰ ਆਹ ਦੇਵਾਂਗੇ। ਇੱਕ ਵਾਰੀ ਇੱਕ ਨੇ ਰੱਖ ਦਿੱਤਾ ਕਿ ਕਨਈਆ ਦਾ ਸਿਰ ਵੱਢ ਕੇ ਲਿਓ, ਮੈਂ ਲੱਖ ਰੁਪਈਆ ਦੇਊਂਗਾ। ਅਕਾਊਂਟ ਚੈੱਕ ਕੀਤਾ ਤੇ 780 ਰੁਪਈਏ ਕਿਰਾਏਦਾਰ ਕਹਿੰਦੇ ਨੇ ਤੇ 3 ਮਹੀਨੇ ਦਾ ਮੇਰਾ ਕਿਰਾਇਆ ਨਹੀਂ ਦਿੱਤਾ ਮਕਾਨ ਦਾ। ਇਹ ਕਿੱਥੋਂ ਸ਼ਹਿਨਸ਼ਾਹ ਆ ਗਿਆ। ਸੋ ਹਾਲਾਤ ਇਸ ਤਰ੍ਹਾਂ ਦੇ ਵੀ ਆ। ਪਰ ਇੱਥੇ ਆ ਜਿਹੜੀ ਵਾਹਿਯਾਤ ਗੱਲ ਕੀਤੀ ਆ, ਦੇਖੋ ਆਪਾਂ ਇਤਿਹਾਸ ਦੇ ਵਿੱਚ ਝਾਕੀਏ ਵਿਜੇ ਜੀ, ਭਗਤ ਸਿੰਘ ਜੀ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ ਜਦੋਂ ਮੂਵਮੈਂਟ ਸ਼ੁਰੂ ਕਰਦੇ ਨੇ ਤਾਂ ਉਹ ਤੁਹਾਨੂੰ ਪਤਾ ਹੀ 3 ਖੇਤੀ ਕਾਨੂੰਨਾਂ ਦੇ ਉਲਟ ਸੀ ਉਦੋਂ 1907 ਦੇ ਵਿੱਚ, 6-7 ਦੇ ਵਿੱਚ। 3 ਮਾਰਚ 19 ਹਾਂਜੀ ਬਿਲਕੁਲ 3 ਮਾਰਚ 1907 ਨੂੰ ਇਹ ਦਿੱਤਾ ਗਿਆ ਸੀਗਾ ਸਲੋਗਨ ਜੀ, ਪਗੜੀ ਸੰਭਾਲ ਜੱਟਾ, ਉਸ ਲਹਿਰ ਨੂੰ। ਤਾਂ ਤੁਸੀਂ ਦੇਖੋ ਕਿ ਉੱਥੇ ਤੇ ਪਗੜੀ ਸੰਭਾਲਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਤੁਸੀਂ ਆਪਣੇ ਆਪ ਨੂੰ ਕਿਹੜੇ ਭਗਤ ਸਿੰਘ ਦੇ ਵਾਰਸ ਅਖਵਾ ਰਹੇ ਹੋ ਬਈ, ਜਿਹੜੇ ਤੁਸੀਂ ਪਗੜੀਆਂ ਰੋਲ। ਠੀਕ ਹੈ, ਗੱਲ ਤਰਕ ਤੇ ਹੋਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਵਿਜੇ ਜੀ ਅਸਹਿਮਤ ਹੁੰਦੇ ਨੇ
ਮਾਨ ਸਾਹਿਬ ਦੇ ਨਾਲ ਵੀ ਅਸਹਿਮਤ ਨੇ, ਪਰ ਕੋਈ ਮਰਿਆਦਾ ਤੇ ਹੋਣੀ ਚਾਹੀਦੀ ਹੈ। ਆ ਜਿਹੜੇ ਹੁਣ ਇਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕੀਤੇ ਜਾ ਰਹੇ ਨੇ, ਅਸੀਂ ਆਪਣੀ ਪੱਗ ਦੀ ਇੱਜ਼ਤ ਨੂੰ ਵੀ ਭੁੱਲ ਬੈਠੇ ਹਾਂ। ਜਿਸ ਪਾਸੇ ਨੂੰ ਅਸੀਂ ਵੱਧ ਰਹੇ ਹਾਂ, ਮੇਰੇ ਖਿਆਲ ਦੇ ਨਾਲ ਜੋ ਸ਼ਬਦ ਤੁਸੀਂ ਸ਼ੁਰੂਆਤ 'ਚ ਬੋਲਿਆ ਨਾ, ਉਹ ਇਸ ਕਹਾਣੀ ਦਾ ਤੱਥ ਸਾਰਿਆ ਕਿ ਆਉਣ ਵਾਲੇ ਸਮੇਂ 'ਚ ਮੈਂ ਨਾ ਇਲੈਕਸ਼ਨ ਜਦੋਂ ਹੋਇਆ, ਰਿਜ਼ਲਟ ਆਇਆ ਵਿਜੇ ਜੀ, ਮੈਂ ਇੱਕ ਗੱਲ ਕਹੀ ਸੀ ਸੰਕੇਤਕ ਰੂਪ 'ਚ ਕਿਸੇ ਮੰਚ ਤੇ, ਮੈਂ ਆਖਿਆ ਜੀ ਓਪੋਜੀਸ਼ਨ ਹੋਏਗਾ ਇੱਥੇ ਅਕਾਲੀ ਦਲ ਅੰਮ੍ਰਿਤਸਰ ਕੇਜਰੀਵਾਲ ਜੀ ਦਾ ਓਪੋਜੀਸ਼ਨ ਹੋਏਗਾ, ਰਾਜ ਇਹ ਕਰਨਗੇ ਕੇਜਰੀਵਾਲ ਸਾਹਿਬ ਹੋ ਰਹੀ, ਤੇ ਇਹਨਾਂ ਨੂੰ ਅਪੋਜ਼ ਕੋਈ ਕਰੇਗਾ ਤਾਂ ਉਹ ਕਰੇਗਾ ਸਰਦਾਰ ਸਿਮਰਨਜੀਤ ਸਿੰਘ ਮਾਨ। ਉਹੀ ਹੋ ਰਿਹਾ ਹੈ ਕਿਉਂਕਿ ਜਿੰਨੀ ਕਾਟ ਇਹਨਾਂ ਦੇ ਕੋਲ ਹੈ ਉਨੀ ਕਿਸੇ ਕੋਲ ਹੋਰ ਦੂਜਿਆਂ ਕੋਲ ਨਹੀਂ। ਦੂਜੇ ਤੇ ਅਜ਼ਮਾਏ ਹੋਏ ਨੇ, ਜਿਹੜਾ ਅਜ਼ਮਾਇਆ ਨਹੀਂ ਹੈ, ਇਸ ਪੀੜ੍ਹੀ ਨੇ ਦੇਖਿਆ ਨਹੀਂ ਹੈ, ਉਹ ਛੇਤੀ ਕੀਤਿਆਂ ਕਹ ਲਓ ਕਿ ਕਾਟਵਾ ਰੂਪ ਜਿਹੜਾ ਹੈ ਉਹ ਅਖਤਿਆਰ ਕਰ ਸਕਦਾ ਹੈ। ਸੋ ਜਿਵੇਂ ਜਿਵੇਂ ਇਹ ਰਾਜਨੀਤੀ ਆਪਣੇ ਰੰਗ ਨੂੰ ਜਾਏਗੀ, ਤਿਵੇਂ ਤਿਵੇਂ ਜਿਹੜਾ ਤੁਸੀਂ ਸ਼ਬਦ ਇਸਤੇਮਾਲ ਕੀਤਾ, ਵਾਕਿਆ ਬਿਲਕੁਲ ਉਹ ਕਤਾਰਬੰਦੀ ਹੋਣ ਦੀ ਸੰਭਾਵਨਾ ਹੈ। ਤੇ ਜੇ ਪੰਜਾਬ ਦੇ ਅੰਦਰ ਕਤਾਰਬੰਦੀ ਹੁੰਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਬਹੁਤ ਸੋਚਣ ਦਾ ਵਿਸ਼ਾ ਹੋਏਗਾ। ਨੁਸਰਤ ਮਹਿਦੀ ਜੀ ਨੇ ਨਾ ਇੱਕ ਬਹੁਤ ਵਧੀਆ ਗੱਲ ਕਹੀ ਸੀ, ਉਹਨੇ ਕਿਹਾ ਫਜ਼ਾਈਏ ਅਮਨ व ਅਮਾਂ ਕੀ ਸਦਾ ਰੱਖੇ ਕਾਇਮ, ਸੁਣੋ ਇਹ ਫਰਜ਼ ਤੁਹਾਡਾ ਵੀ ਹੈ ਹਮਾਰਾ ਵੀ ਹੈ। ਤਾਂ ਪੰਜਾਬੀ ਹਰੇਕ ਨੂੰ ਇਹ ਗੱਲ ਸਮਝਣੀ ਪਏਗੀ ਕਿ ਜਿਸ ਰਸਤੇ ਤੇ ਅਸੀਂ ਤੁਰ ਪਏ ਆ ਨਾ, ਇਹ ਰਸਤਾ ਬਹੁਤ ਖਤਰਨਾਕ ਕਹ ਲਓ ਕਿ ਜੰਗਲ 'ਚ ਦਾਖਲ ਹੋਣ ਵਾਲਾ ਹੈ। ਇੱਕ ਮਿੰਟੂ ਜੀ ਬਰੀਫਲੀ ਦੱਸਿਓ ਕਿ 5 ਸਾਲਾਂ ਮਗਰੋਂ ਰਾਮ ਰਹੀਮ ਤੇ ਹਨੀਪ੍ਰੀਤ ਇਕੱਠੇ ਨਜ਼ਰ ਆਏ ਜੀ। ਬਿਲਕੁਲ, ਇਹਦੇ 'ਚ ਕੀ ਹੈ ਵਿਜੇ ਜੀ ਕਿ ਜਦੋਂ ਇਹਨੂੰ ਕੈਦ ਹੋ ਗਈ ਡੇਰੇਦਾਰ ਨੂੰ, ਹਨੀਪ੍ਰੀਤ ਉਸ ਡੇਰੇ ਦੇ ਵਿੱਚ ਜਿਹੜੇ ਮੁੱਖ ਕਰਤਾ ਧਰਤਾ ਉਹਨਾਂ 'ਚੋਂ ਇੱਕ ਬਣ ਗਏ। ਤੇ ਜੇ ਤੁਸੀਂ ਦੇਖੋਗੇ ਪਿਛਲੇ ਦਿਨ ਹੀ ਹੋਇਆ ਕੀ ਹੈ ਕਿ ਡੇਰਾ ਮੁਖੀ ਦੀ ਇੱਕ ਬੇਟੀ ਜਿਹੜੀ ਹੈ ਉਹ ਬਾਹਰ ਚਲੇ ਗਈ ਕਿਸੇ ਮੁਲਕ ਦੇ ਵਿੱਚ ਪਰਿਵਾਰ ਸਮੇਤ, ਔਰ ਉਹਨੇ ਜੋ ਟਵੀਟ ਕੀਤਾ ਸੀ, ਵੀਡੀਓ ਟਵੀਟ ਕੀਤਾ ਸੀ, ਉਹ ਸੰਕੇਤ ਦੇ ਰਿਹਾ ਸੀਗਾ ਕਿ ਸਭ ਅੱਛਾ ਨਹੀਂ ਹੈ ਜੀ। ਹਾਲਾਂਕਿ ਸਭ ਅੱਛਾ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਵਾ। ਤਾਂ ਦੂਸਰੀ ਬੇਟੀ ਬਾਰੇ ਵੀ ਖਬਰ ਹੈ ਸਾਡੇ ਕੋਲ ਕਿ ਸ਼ਾਇਦ ਇਨ ਫਿਊਚਰ ਉਹ ਵੀ ਜਾ ਸਕਦੀ ਹੈ ਬਾਹਰ। ਤਾਂ ਜੇ ਤੁਸੀਂ ਦੇਖੋਗੇ ਤਾਂ ਪਰਿਵਾਰ ਦੇ ਨਾਲ ਜਨਤਕ ਤੌਰ ਤੇ ਡੇਰਾ ਮੁਖੀ ਸਾਹਮਣੇ ਨਹੀਂ ਆਇਆ ਕਿਤੇ ਵੀ। ਪਰ ਦੂਸਰੇ ਪਾਸੇ ਹਨੀਪ੍ਰੀਤ ਦੇ ਨਾਲ ਨਾ ਸਿਰਫ ਉਹ ਸਾਹਮਣੇ ਆਇਆ, ਹਾਸਾ ਠੱਠਾ ਵੀ ਹੋਇਆ, ਜੋ ਵੀ ਉਹਨਾਂ ਦਾ ਸਮਾਗਮ ਚੱਲਦਾ ਹੈ ਲਾਈਵ ਵਗੈਰਾ, ਉਹਦੇ 'ਚ ਇੱਕ ਚੀਜ਼ ਕਹੀ ਜਿਹੜੀ ਕਿ ਤਵੱਜੋ ਮੰਗਦੀ ਹੈ। ਉਹਨੇ ਕਿਹਾ ਕਿ ਹਨੀਪ੍ਰੀਤ ਸਾਡੀ ਰੂਹਾਨੀ ਧੀ ਹੈ। ਇਹਦਾ ਸ਼ਬਦ ਦਾ ਹੁਣ ਤੁਸੀਂ ਮਾਇਨਾ ਕੱਢ ਲਿਓ, ਮਤਲਬ ਕੱਢ ਲਿਓ। ਰੂਹਾਨੀ ਧੀ, ਇਹਦਾ ਅਰਥ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਹੈ ਕਿ ਸਾਰਾ ਕੁਝ ਸਾਂਭ ਸੰਭਾਲਣ ਵਾਲਾ ਹੀ ਬੰਦਾ, ਜਿਹੜਾ ਆਪਾਂ ਕਹਿੰਦੇ ਹਾਂ ਕਿ ਫਲਾਣਾ ਵਾਕਿਆ ਰੂਹਾਨੀਅਤ ਵਾਲਾ ਯਾਰ, ਉਹ ਉਹੀ ਹੱਕਦਾਰ ਆ। ਤਾਂ ਇਹ ਸ਼ਬਦ ਆਪਣੇ ਆਪ ਦੇ ਵਿੱਚ ਇਸ ਗੱਲ ਦੀ ਪ੍ਰੋੜਤਾ ਵਾ ਕਿ ਜਿਹੜੇ ਚਰਚੇ ਚੱਲ ਰਹੇ ਸਨ, ਜੋ ਡੇਰੇ ਦੀਆਂ ਖਬਰਾਂ ਬਾਹਰ ਆ ਰਹੀਆਂ ਸਨ, ਕਿ ਉਹ ਸਿਰਫ ਤੇ ਸਿਰਫ ਅਫਵਾਹਾਂ ਨਹੀਂ ਸਨ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਸ਼ੋਸ਼ੇਬਾਜ਼ੀ ਨਹੀਂ ਜਿੱਦਾਂ ਕਰਦੇ ਆ, ਵਧਾ ਚੜਾ ਕੇ ਗੱਲਾਂ ਕਰਦੇ ਆ, ਕੋਈ ਸ਼ਗੂਫਾਬਾਜ਼ੀ ਨਹੀਂ ਸੀਗੀ। ਤਾਂ ਦੂਜੇ ਪਾਸੇ ਇੱਕ ਹੋਰ ਵੱਡੀ ਗੱਲ ਕਹਿ ਦਿੱਤੀ ਡੇਰਾ ਮੁਖੀ ਨੇ, ਉਹ ਕਹਿੰਦਾ ਕਿ ਮੇਰਾ ਪਹਿਲਾਂ ਬਲੱਡ ਗਰੁੱਪ ਉਹ ਪੋਜ਼ਿਟਿਵ ਹੋਇਆ ਕਰਦਾ ਸੀਗਾ ਤੇ ਬਾਅਦ ਦੇ ਵਿੱਚ ਮੇਰਾ ਗਰੁੱਪ ਹੀ ਚੇਂਜ ਹੋ ਗਿਆ, ਉਹ ਨੈਗੇਟਿਵ ਹੋ ਗਿਆ ਹੈ। ਇਹ ਤਾਂ ਹੁਣ ਬਈ ਇਹ ਤਾਂ ਵਿਗਿਆਨ ਨੂੰ ਕਾਫੀ ਮੇਰੇ ਖਿਆਲ ਦੇ ਨਾਲ ਕੰਮ ਕਰਨਾ ਪਵੇਗਾ ਇਹਦੇ ਤੇ ਬਹੁਤ ਜ਼ਿਆਦਾ ਕਿ ਕੀ ਇਹ ਪੋਸੀਬਲ ਹੈ। ਤੇ ਇਹ ਨਵਾਂ ਉਹ ਜਾਂਦਾ ਜੇਲ੍ਹ ਦੇ ਵਿੱਚ ਤੇ ਚਲੇ ਗਿਆ, ਤੇ ਪਿੱਛੇ ਆ ਖੋਜ ਕਾਰਜ ਅਧੂਰਾ ਛੱਡ ਗਿਆ ਵਿਗਿਆਨੀਆਂ ਵਾਸਤੇ ਕਿ ਕੀ ਇਹ ਪੋਸੀਬਲ ਹੈ ਅੱਜ ਦੇ ਦੌਰ ਦੇ ਵਿੱਚ। ਬਹੁਤ ਵੱਡਾ ਦਾਅਵਾ ਕੀਤਾ। ਖੈਰ ਕੋਈ ਲਿਖਤ ਪੱਤਰ, ਕੋਈ ਮੈਡੀਕਲ ਸਬੂਤ ਤੇ ਇਸ ਚੀਜ਼ ਦਾ ਨਹੀਂ ਹੈਗਾ, ਜਿੰਨੇ ਕੋਈ ਕਰਨੀ ਹੈ ਖੋਜ ਉਹ ਕਰ ਸਕਦਾ। ਪਰ ਹਨੀਪ੍ਰੀਤ ਨੂੰ ਕਹੀ ਗੱਲ ਕਿ ਸਾਡੀ ਰੂਹਾਨੀ ਧੀ ਹੈ, ਤਾਂ ਮੇਰੇ ਖਿਆਲ ਦੇ ਨਾਲ ਸਾਰਾ ਕੁਝ ਹੈ ਜੋ ਡੇਰੇ ਦੇ ਵਿੱਚ ਚੱਲ ਰਿਹਾ ਸੀਗਾ ਉਹਦਾ ਪ੍ਰਤੱਖ ਹੈ ਕਿ ਬਾਈ ਉੱਥੇ ਸਭ ਕੁਝ ਕਰਨ ਵਾਲਿਆਂ ਦੇ ਵਿੱਚ ਮੁੱਖ ਤੌਰ ਤੇ ਹੁਣ ਹਨੀਪ੍ਰੀਤ ਹੈ ਜੀ। ਤੇ ਮਿੰਟੂ ਜੀ ਕੱਲ ਇਹ ਦੱਸਿਓ, ਹੁਣ ਸ਼੍ਰੀਲੰਕਾ ਦੇ ਵਿੱਚ ਇਕਨੋਮਿਕ ਕ੍ਰਾਈਸਿਸ ਜਿਸ ਹਿਸਾਬ ਨਾਲ ਫੈਲਿਆ ਹੋਇਆ, ਉੱਥੇ ਤੇਲ ਮੁੱਕ ਗਿਆ ਤੇ ਲੋਕਾਂ ਨੂੰ ਹੋਰ ਬਹੁਤ ਸਾਰੀ ਇਨਫਲੇਸ਼ਨ ਬਹੁਤ ਜ਼ਿਆਦਾ ਵਧੀ ਹੋਈ ਆ। ਜਿਹੜੇ ਪ੍ਰੋਟੈਸਟਰ ਸੀਗੇ ਉਹ ਪ੍ਰੈਜ਼ੀਡੈਂਟ ਦੇ ਪੈਲੇਸ ਤੱਕ ਚਲੇ ਗਏ, ਉਹ ਪ੍ਰੈਜ਼ੀਡੈਂਟ ਮੁਲਕ ਛੱਡ ਕੇ ਉਹਨਾਂ ਨੂੰ ਜਾਣਾ ਪਿਆ, ਸਿੰਗਾਪੁਰ ਚਲ ਗਏ, ਬਹੁਤ ਉੱਥੇ ਹਾਲਾਤ ਵਿਗੜੇ ਹੋਏ ਨੇ। ਪਰ ਇਹ ਸਭ ਦੇ ਵਿੱਚ ਰਾਜ ਬਖਸ਼ੇ ਬਾਗ ਬਖਸ਼ੇ ਬਣ ਗਿਆ ਜੀ। ਬਿਲਕੁਲ ਬਿਲਕੁਲ। ਸੋ ਉਹਨਾਂ ਨੇ ਹੁਣ ਇਹ ਆਖ ਰਹੇ ਨੇ, ਸ਼੍ਰੀਲੰਕਾ ਦੇ ਵਿੱਚੋਂ ਗੱਲਾਂ ਇਹ ਉੱਠ ਰਹੀਆਂ ਨੇ ਕਿ ਸਾਡੀ ਬੁਰੀ ਹਾਲਤ ਦੇ ਵਿੱਚ ਇੰਡੀਆ ਵੱਲੋਂ ਦਾ ਲਗਾਇਆ ਜਾ ਰਿਹਾ। ਹਾਂਜੀ, ਦੇਖੋ ਉੱਥੇ ਨਾ ਜੇ ਤੁਸੀਂ ਦੇਖੋਗੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤਾਂ ਖਾਸ ਤੌਰ ਤੇ ਜਿਹੜੀ ਲੈਫਟ ਦੀ ਵਿਚਾਰਧਾਰਾ ਹੈ
ਉਹ ਬਹੁਤ ਜਲਦੀ ਪਸਰਦੀ। ਆਪਾਂ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਵੇਖਿਆ ਸੀਗਾ ਨਾ ਕਿ ਪੰਜਾਬ ਦੇ ਵਿੱਚ ਕਮਿਊਨਿਸਟ ਵਿਚਾਰਧਾਰਾ ਜਿਹੜੀ ਨਾ ਬਹੁਤ ਕਹਿ ਲਈਏ ਕਿ ਬੜਾ ਡਾਊਨ ਜਿਹਾ ਆ ਗਿਆ ਸੀ ਉਹਨਾਂ ਦੇ ਵਿੱਚ, ਜੇ ਪਸਾਰ ਦੇ ਹਿਸਾਬ ਨਾਲ ਦੇਖੀਏ ਤਾਂ ਅਚਾਨਕ ਉਹ ਕਿੰਨੀ ਜ਼ਿਆਦਾ ਆਪਾਂ ਦੇਖ ਰਹੇ ਸੀਗੇ ਕਿ ਉਹ ਲਿਸ਼ਕ ਉੱਠੀ। ਤਾਂ ਇਸ ਤਰ੍ਹਾਂ ਹੁੰਦਾ ਹੈ ਜਦੋਂ ਵੀ ਕਿਤੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ, ਤਾਂ ਉੱਥੇ ਇੱਕ ਬਹੁਤ ਤਕੜਾ ਗਰੁੱਪ ਉੱਠਿਆ ਲੈਫਟਿਸਟ ਦਾ, JVP ਉਹਨਾਂ ਨੂੰ ਕਹਿ ਦਿੰਦੇ ਨੇ। ਤਾਂ ਇਹ ਆਉਣ ਵਾਲੇ ਸਮੇਂ 'ਚ ਕਹਿੰਦੇ ਆ ਕਿ ਹੋ ਸਕਦਾ ਸਰਕਾਰ ਵੀ ਬਣਾ ਜਾਣਾ। ਤਾਂ ਇਹਨਾਂ ਦੇ ਜਿਹੜੇ ਵੱਡੇ ਨੇਤਾ ਨੇ, ਅਨੂਰਾ ਕੁਮਾਰਾ ਦੇਸਾ ਨਾ ਕਿ ਕੁਛ ਐਸਾ ਨਾਮ ਬਹੁਤ ਲੰਬੇ ਹੁੰਦੇ ਇਹਨਾਂ ਦੇ। ਚਮਿੰਡਾ ਵਾਸ ਦਾ ਨਾਮ ਵੈਸੇ ਵੇਖਣ ਨੂੰ ਛੋਟਾ ਲੱਗਦਾ ਸੀ, ਬਹੁਤ ਲੰਬਾ ਸੀ ਉਹਦਾ ਨਾਮ। ਤਾਂ ਖੈਰ ਦੇਖੋ ਗੱਲ ਇਹ ਆ ਕਿ ਹਾਂਜੀ 16 ਅੱਖਰ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਜਿਹੜੀ ਗੱਲ ਕਹੀ ਆ, ਇਹਨਾਂ ਨੇ ਕਹੀ ਆ ਕਿ ਦੇਖੋ ਭਾਰਤ ਸਾਡਾ ਗੁਆਂਢੀ ਹੈ, ਸਾਡੇ ਦੋਵਾਂ ਦੇ ਸੰਬੰਧ ਬੜੇ ਮਜ਼ਬੂਤ ਆ, ਪਰ ਭਾਰਤ ਨੇ ਸ਼੍ਰੀਲੰਕਾ ਦੀ ਜਨਤਾ ਦੇ ਜਿਹੜੇ ਇਸ ਵੇਲੇ ਪੱਖ ਦੇ ਮੁੱਦੇ ਨੇ, ਇਹਨਾਂ ਦੇ ਉੱਤੇ ਕੁਝ ਹੱਦ ਤੱਕ ਆਮਦਾਦ ਵੀ ਕੀਤੀ ਆ। ਪਰ ਅਸੀਂ ਵੇਖ ਰਹੇ ਹਾਂ ਕਿ ਭਾਰਤ ਸਰਕਾਰ ਤੇ ਇੱਥੋਂ ਤੱਕ ਕਿ ਕੁਝ ਬਿਜ਼ਨਸਮੈਨ ਇੰਡੀਅਨ ਉਹ ਸ਼੍ਰੀਲੰਕਾ ਦੇ ਵਿੱਚ ਵਸੀਲਿਆਂ ਨੂੰ ਹਥਿਆਉਣ 'ਚ ਲੱਗੇ ਹੋਏ। ਬੜਾ ਵੱਡਾ ਦੋਸ਼ ਹੈ। ਮਤਲਬ ਕਿ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਕਿ ਕਿਸੇ ਦੀ ਬਲਦੀ ਤੇ ਰੋਟੀਆਂ ਸੇਕਣੀਆਂ, ਤਾਂ ਉਹਨਾਂ ਦਾ ਵੈਸੇ ਇੱਕ ਡਾਕੂਮੈਂਟ ਪਿਛਲੇ ਦਿਨ ਹੀ ਬੜਾ ਚਰਚਿਤ ਹੋਇਆ ਸੀਗਾ ਵਿਜੇ ਜੀ, ਉਹਦੇ ਵਿੱਚ ਉਹ ਛਪਿਆ ਵੀ ਸੀਗਾ ਮੇਰੇ ਖਿਆਲ ਦੇ ਨਾਲ, ਵਾਇਰ ਵਾਲਿਆਂ ਨੇ ਛਾਪਿਆ ਸੀਗਾ। ਤਾਂ ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਸਿੱਧਾ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ਤੇ ਲਿਆ ਗਿਆ ਸੀਗਾ ਕਿ ਅਡਾਨੀ ਦੇ ਕਾਰੋਬਾਰ ਉੱਥੇ ਵਧਾਉਣ ਵਾਸਤੇ ਸਿੱਧੇ ਤੌਰ ਤੇ PMO ਦਖਲ ਦੇ ਰਿਹਾ ਹੈ, ਮਤਲਬ ਕਿ ਦਬਾਅ ਬਣਾ ਰਿਹਾ। ਇਹ ਬਹੁਤ ਵੱਡਾ ਇਲਜ਼ਾਮ ਸੀਗਾ, ਬਹੁਤ ਵੱਡਾ ਇਲਜ਼ਾਮ ਸੀ। ਹਾਲਾਂਕਿ ਇੰਡੀਅਨ ਮੀਡੀਆ 'ਚ ਇਹਦੀ ਚਰਚਾ ਘੱਟ ਹੋਈ ਆ। ਤਾਂ ਇੱਕ ਠੀਕ ਵੈਸਾ ਹੀ ਬਿਆਨ ਫੇਰ ਦਿੱਤਾ, ਹਾਲਾਂਕਿ ਉਹਨਾਂ ਨੇ ਕੋਈ ਨਾਮ ਨਹੀਂ ਲਿਆ ਕਿਉਂਕਿ ਬਹੁਤ ਵੱਡੇ ਨੇਤਾ ਹੋ ਸਕਦਾ ਸਰਕਾਰ ਬਣਾਉਣ ਤਾਂ ਫਿਰ ਇੰਡੀਆ ਦੀ ਇਮਦਾਦ ਬਹੁਤ ਜ਼ਰੂਰੀ ਹੈ। ਹੋ ਸਕਦਾ ਵੈਸੇ ਜੇ ਲੈਫਟਿਸਟ ਆਏ ਤਾਂ ਉਹ ਚਾਈਨਾ ਵਾਲੇ ਪਾਸੇ ਜ਼ਿਆਦਾ ਝੁਕਾਵਾਦੀ ਹੋਣਗੇ, ਉੱਥੇ ਵੀ ਇੰਡੀਆ ਲਈ ਇੱਕ ਕਹਿ ਲਓ ਕਿ ਬੜੀ ਚਿੰਤਾਜਨਕ ਸਥਿਤੀ ਬਣੇਗੀ। ਤਾਂ ਖੈਰ ਇਹ ਜਿਹੜੀ ਗੱਲ ਆ ਇਹ ਮੇਰੇ ਖਿਆਲ ਦੇ ਨਾਲ ਛੋਟੀ ਨਹੀਂ ਹੈ ਵਿਜੇ ਜੀ। ਜੇ ਸਾਡੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਪ੍ਰਧਾਨ ਮੰਤਰੀ ਤੇ ਜਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਤੇ ਜਾਂ ਟੌਪ ਦੇ ਬਿਜ਼ਨਸਮੈਨਾਂ ਤੇ, ਇਹ ਮੇਰੇ ਖਿਆਲ ਦੇ ਨਾਲ ਭਾਰਤ ਦੀ ਜਿਹੜੀ ਛਵੀ ਆ ਉਹਦੇ ਵਾਸਤੇ ਠੀਕ ਨਹੀਂ ਹੈ। ਇਹ ਜੀਓ ਪੋਲੀਟਿਕਸ ਬਹੁਤ ਕੁਝ ਬਦਲ ਰਿਹਾ ਜੀ। ਦੇਖੋ ਕਿਹੜਾ ਊਂਠ ਕਿਹੜੀ ਕਰਵਟ ਬਹਿੰਦਾ। ਮਿੰਟੂ ਜੀ ਇਹ ਦੱਸਿਓ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਜੀ ਬਿਲਕੁਲ ਖੁਸ਼ਨੁਮਾ ਖਬਰ ਜੇ ਆਪਾਂ ਦੇਖੀਏ ਤਾਂ ਬੜੀ ਕਹਿ ਲਓ ਕਿ ਟ੍ਰੈਜਡੀ ਵਾਲੀ ਵੀ ਹੈ, ਦੁਖਾਂਤ ਵਾਲੀ ਵੀ ਹੈ ਤੇ ਬੜੀ ਸਕੂਨ ਦੇਣ ਵਾਲੀ ਵੀ ਹੈ। ਤਾਂ ਗੱਲ ਗੁਜਰਾਤ ਦੀ ਕਰਾਂਗੇ। ਅੱਜ ਮਨੂ ਬਾਈ ਇੱਕ ਟ੍ਰੇਨੀ ਸੀਗਾ, ਪੁਲਿਸ ਦਾ ਟ੍ਰੇਨੀ ਸੀਗਾ। ਟ੍ਰੇਨਿੰਗ ਦੇ ਦਰਮਿਆਨ ਮਜ਼ਦੂਰ ਦਾ ਲੜਕਾ ਸੀਗਾ, ਅੱਤ ਦੀ ਗਰੀਬੀ 'ਚੋਂ ਉੱਠਿਆ, ਪੜ੍ਹਿਆ ਤੇ ਭਰਤੀ ਹੋ ਗਿਆ। ਭਰਤੀ ਜਿਵੇਂ ਆਪਾਂ ਛੋਟਾ ਥਾਣੇਦਾਰ ਕਹਿ ਦਿੰਦੇ ਆ। ਤਾਂ ਹੋਇਆ ਕਿ ਇੱਕ ਦਿਨ ਪਿੰਡੋਂ ਜਾ ਰਿਹਾ ਸੀਗਾ ਆਪਣੀ ਅਕੈਡਮੀ ਨੂੰ, ਤਾਂ ਰਸਤੇ ਦੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਮੌਤ ਹੋ ਗਈ। ਤੇ ਜਿਹੜੇ ਉਹਦੇ ਨਾਲ ਦੇ ਬੈਚਮੇਟ ਕਹਿ ਲਓ ਜਾਂ ਟ੍ਰੇਨੀ ਕਹਿ ਲਓ, ਉਹ ਉਸ ਟਾਈਮ 187 ਜਣੇ ਸੀਗੇ ਤਾਂ ਇੱਕ ਜਣਾ ਚਲੇ ਗਿਆ, 186 ਰਹਿ ਗਏ। ਕਮਾਲ ਦੀ ਗੱਲ ਇਹ ਹੋਈ ਵਿਜੇ ਜੀ ਕਿ ਉਹਨਾਂ 186 ਨੇ ਪ੍ਰਣ ਲਿਆ ਕਿ ਅਸੀਂ ਜਿਹੜਾ ਇਹ ਮ੍ਰਿਤਕ ਸੀਗਾ ਮਨੂ ਬਾਈ, ਕਿ ਇਹਦੇ ਪਰਿਵਾਰ ਦਾ ਸਹਾਰਾ ਬਣਨਾ ਹੈ। ਤਾਂ ਹਰੇਕ ਖੁਸ਼ੀ ਗਮੀ ਉਦੋਂ ਤੋਂ ਲੈ ਕੇ ਇੱਥੋਂ ਤੱਕ ਕਿ ਇਹਨਾਂ ਦੀ ਮਾਤਾ ਦਾ ਦੇਹਾਂਤ ਹੋਇਆ ਮਨੂ ਬਾਈ ਦਾ, ਤਾਂ ਉਹ ਸਾਰੀਆਂ ਜੋ ਰਸਮਾਂ ਪੁੱਤਰ ਕਰਦੇ ਨੇ ਜਾ ਕੇ ਆਪ ਕੀਤੀਆਂ। ਭੈਣਾਂ ਤੋਂ ਜਾ ਕੇ ਰੱਖੜੀ ਆਪ ਬਣਾ ਕੇ ਆਉਂਦੇ ਨੇ। ਔਰ ਜਿਹੜੀ ਪਹਿਲੀ ਤਨਖਾਹ ਸੀਗੀ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਉਹਨਾਂ ਦਾ ਹਿੱਸਾ ਉਹਨਾਂ ਦੇ ਘਰ ਪਹੁੰਚਾ ਦਿੰਦੇ, ਕਿਉਂਕਿ ਉਹ ਟ੍ਰੇਨੀ ਸੀਗਾ, ਸਰਕਾਰ ਵੱਲੋਂ ਕੋਈ ਮਦਦ ਨਹੀਂ ਸੀ ਮਿਲਣੀ। ਤਾਂ ਤੁਸੀਂ ਇਹ ਦੇਖੋ ਕਿ 186 ਪੁਲਿਸ ਵਾਲੇ, ਅਸੀਂ ਪੁਲਿਸ ਵਾਲਿਆਂ ਨੂੰ ਬਹੁਤ ਕ੍ਰਿਟੀਸਾਈਜ਼ ਕਰਦੇ ਇੰਡੀਆ 'ਚ, ਤਾਂ 186 ਅੱਜ ਉਹ ਦੇਖੋ ਬਹੁਤ ਅੱਗੇ ਜਾ ਕੇ ਤਰੱਕੀ ਕਰਕੇ, ਕਿਉਂਕਿ 2008 ਦੀ ਗੱਲ ਹੈ ਤੇ 14 ਸਾਲਾਂ 'ਚ ਕੋਈ ਇੰਸਪੈਕਟਰ ਬਣ ਗਿਆ, ਕੋਈ DSP ਬਣ ਗਿਆ। ਪਰ ਬਾਵਜੂਦ ਇਸ ਦੇ ਉਹ ਆਪਣੇ ਯਾਰ ਦੀ ਯਾਰੀ ਨਹੀਂ ਛੱਡ ਰਹੇ, ਉਹ ਪੂਰੀ ਇਮਦਾਦ ਕਰ ਰਹੇ ਆ। ਤਾਂ ਇਹ ਬੜੀ ਕਮਾਲ ਦੀ ਗੱਲ। ਵੈਸੇ ਉਹ ਹਿੰਦੀ 'ਚ ਨਾ ਇੱਕ ਕੋਟੇਸ਼ਨ ਬੜੀ ਜ਼ਬਰਦਸਤ ਹੈ ਕਿ ਮੌਕਾ ਮਿਲੇ किसी की इमदाद का तो बनना सारथी ना कि ਸਵਾਰਥੀ। ਤਾਂ ਇੱਥੇ ਸਾਰਥੀ ਬਣ ਰਹੇ ਨੇ। ਇਹ ਬੜੀ ਕਮਾਲ ਦੀ ਗੱਲ ਹੈ, ਬਹੁਤ ਗਜ਼ਬ ਦੀ ਗੱਲ ਹੈ, ਮੋਟੀਵੇਟ ਵੀ ਕਰਦੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਆਪਾਂ ਦੇਖੀਏ ਅੱਜ ਕੱਲ੍ਹ ਉਹ ਕੈਮੀਕਲ ਲੋਚਾ ਨਹੀਂ, ਉਹ ਕਹਿੰਦਾ ਮੁੰਨਾ ਭਾਈ ਫਿਲਮ ਦੇ ਵਿੱਚ, ਤੇ ਇੱਕ ਕੈਮੀਕਲ ਹੁੰਦਾ ਨਾ ਡੋਪਾਮਾਈਨ, ਕਹਿੰਦੇ ਬਹੁਤ ਜ਼ਰੂਰੀ ਹੁੰਦਾ ਹੈ। ਉਹ ਅੱਜ ਕੱਲ੍ਹ ਸਾਡੀ ਬੋਡੀ 'ਚ ਬਹੁਤ ਘੱਟ ਮਿਲਦਾ ਹੈ, ਬਹੁਤ ਘੱਟ ਬਣਦਾ ਹਿਊਮਨ ਬੋਡੀ 'ਚ। ਇਹ ਜੇ ਇਹੋ ਜਿਹੇ ਕੰਮ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਕੈਮੀਕਲ ਲੋਚਾ ਵੀ ਸਾਡਾ ਥੋੜ੍ਹਾ ਠੀਕ ਹੋ ਜਾਏਗਾ।